ਹੈਲੋ ਸਟੂਡੈਂਟਸ, ਡਾਟਾ ਸਟਰਕਚਰ ਦੇ ਅੱਜ ਦੇ ਲੈਕਚਰ 'ਚ ਆਪਾਂ ਦੇਖਾਂਗੇ ਬਾਈਨਰੀ ਟਰੀ ਟਰਾਵਰਸਲ ਕਿ ਬਾਈਨਰੀ ਟਰੀ ਨੂੰ ਕਿਵੇਂ ਟਰਾਵਰਸ ਕਰ ਸਕਦੇ ਹਾਂ। ਸੋ ਬਾਈਨਰੀ ਟਰੀ ਟਰਾਵਰਸਲ ਦੇ ਵਿੱਚ ਕੀ ਹੈ, ਇਨ ਏ ਟਰਾਵਰਸਲ ਆਫ ਏ ਬਾਈਨਰੀ ਟਰੀ ਈਚ ਐਲੀਮੈਂਟ ਆਫ ਦੀ ਬਾਈਨਰੀ ਟਰੀ ਇਜ਼ ਵਿਜ਼ਿਟਡ ਐਗਜ਼ੈਕਟਲੀ ਵੰਸ, ਕਿ ਆਪਾਂ ਸਾਰੇ ਦੇ ਸਾਰੇ ਐਲੀਮੈਂਟਸ ਨੂੰ ਇੱਕ ਵਾਰ ਵਿਜ਼ਿਟ ਕਰਨਾ ਹੈ ਅਤੇ ਸਾਰੇ ਦੇ ਸਾਰੇ ਹੀ ਐਲੀਮੈਂਟ ਵਿਜ਼ਿਟ ਹੋਣੇ ਚਾਹੀਦੇ ਹੈ ਐਗਜ਼ੈਕਟਲੀ ਵੰਸ। ਸੋ ਹੁਣ ਕੁਐਸਚਨ ਆਉਂਦਾ ਹੈ ਕਿ ਆਪਾਂ ਕਿਵੇਂ ਉਹ ਸਾਰੇ ਐਲੀਮੈਂਟ ਨੂੰ ਐਗਜ਼ੈਕਟਲੀ ਇੱਕ ਵਾਰ ਹੀ ਟਰਾਵਰਸ ਕਰ ਸਕਦੇ ਹਾਂ, ਅਤੇ ਆਪਾਂ ਨਾਲ ਦੀ ਨਾਲ ਰਿਕਾਰਡ ਵੀ ਰੱਖਣਾ ਹੋਏਗਾ ਕਿ ਕਿਹੜੇ ਐਲੀਮੈਂਟ ਟਰਾਵਰਸ ਹੋ ਚੁੱਕੇ ਅਤੇ ਕਿਹੜੇ ਐਲੀਮੈਂਟ ਅੱਗੇ ਟਰਾਵਰਸ ਕਰਨੇ ਹੈ। ਸੋ ਇਹਦੇ ਲਈ ਆਪਾਂ ਅਲੱਗ-ਅਲੱਗ ਮੈਥਡ ਯੂਜ਼ ਕਰਦੇ ਹਾਂ। ਸੋ ਬੇਸਿਕਲੀ ਬਾਈਨਰੀ ਟਰਾਵਰਸਲ ਦੇ ਦੋ ਮੈਥਡ ਨੇ, ਡੈਪਥ ਫਸਟ ਐਂਡ ਬ੍ਰੈਡਥ ਫਸਟ। ਡੈਪਥ ਫਸਟ ਦੇ ਵਿੱਚ ਅੱਗੇ ਫਰਦਰ ਆਪਣੇ ਕੋਲ ਤਿੰਨ ਮੈਥਡਸ ਆ ਜਾਂਦੇ ਹੈ, ਪ੍ਰੀ ਆਰਡਰ, ਇਨ ਆਰਡਰ ਐਂਡ ਪੋਸਟ ਆਰਡਰ। ਅਤੇ ਬ੍ਰੈਡਥ ਫਸਟ ਦੇ ਵਿੱਚ ਇੱਕੋ ਹੀ ਮੈਥਡ ਹੈ, ਦੈਟ ਇਜ਼ ਲੈਵਲ ਆਰਡਰ। ਸੋ ਸਭ ਤੋਂ ਪਹਿਲਾਂ ਆਪਾਂ ਡੈਪਥ ਫਸਟ ਦੇ ਮੈਥਡਸ ਦੇਖਾਂਗੇ, ਦੈਟ ਆਰ ਪ੍ਰੀ ਆਰਡਰ, ਇਨ ਆਰਡਰ ਐਂਡ ਪੋਸਟ ਆਰਡਰ। ਸੋ ਪ੍ਰੀ ਆਰਡਰ ਦੇ ਵਿੱਚ ਕੀ ਹੈ, ਦੀ ਰੂਟ ਇਜ਼ ਵਿਜ਼ਿਟਡ ਬਿਫੋਰ ਦੀ ਸਬ ਟਰੀਜ਼ ਟਰਾਵਰਸਲ, ਯਾਨੀ ਕਿ ਇਹਦੇ ਵਿੱਚ ਆਪਾਂ ਟਰੀ ਨੂੰ ਤਿੰਨ ਪਾਰਟਸ 'ਚ ਡਿਵਾਈਡ ਕਰਕੇ ਟਰਾਵਰਸ ਕਰਾਂਗੇ। ਇੱਕ ਤਾਂ ਹੋਏਗਾ ਰੂਟ ਅਤੇ ਇੱਕ ਉਹਦਾ ਲੈਫਟ ਸਬ ਟਰੀ ਐਂਡ ਰਾਈਟ ਸਬ ਟਰੀ। ਸੋ ਸਭ ਤੋਂ ਪਹਿਲਾਂ ਆਪਾਂ ਰੂਟ ਨੂੰ ਵਿਜ਼ਿਟ ਕਰਾਂਗੇ, ਦੈਨ ਫਿਰ ਉਹਦੇ ਲੈਫਟ ਸਬ ਟਰੀ ਨੂੰ ਐਂਡ ਦੈਨ ਰਾਈਟ ਸਬ ਟਰੀ ਨੂੰ। ਅਤੇ ਲੈਫਟ ਸਬ ਟਰੀ ਅਤੇ ਰਾਈਟ ਸਬ ਟਰੀ ਨੂੰ ਵੀ ਆਪਾਂ ਇਸੀ ਆਰਡਰ ਦੇ ਵਿੱਚ ਟਰਾਵਰਸ ਕਰਾਂਗੇ। ਸੋ ਨੈਕਸਟ ਹੈ ਇਨ ਆਰਡਰ। ਇਨ ਆਰਡਰ ਦੇ ਵਿੱਚ ਕੀ ਹੈ, ਦੀ ਰੂਟ ਇਜ਼ ਵਿਜ਼ਿਟਡ ਇਨ ਬਿਟਵੀਨ ਲੈਫਟ ਐਂਡ ਰਾਈਟ ਸਬ ਟਰੀ ਟਰਾਵਰਸਲ। ਸੋ ਇਹਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਆਪਾਂ ਲੈਫਟ ਸਬ ਟਰੀ ਨੂੰ ਟਰਾਵਰਸ ਕਰਾਂਗੇ, ਦੈਨ ਰੂਟ ਐਂਡ ਦੈਨ ਰਾਈਟ ਸਬ ਟਰੀ ਟਰਾਵਰਸ ਹੋਏਗਾ। ਇਸੇ ਤਰੀਕੇ ਨਾਲ ਪੋਸਟ ਆਰਡਰ ਹੈ। ਪੋਸਟ ਆਰਡਰ ਦੇ ਵਿੱਚ ਕੀ ਹੋਏਗਾ, ਦੀ ਰੂਟ ਇਜ਼ ਵਿਜ਼ਿਟਡ ਆਫਟਰ ਦੀ ਸਬ ਟਰੀਜ਼ ਟਰਾਵਰਸਲ। ਇਹਦੇ ਵਿੱਚ ਪਹਿਲਾਂ ਆਪਾਂ ਸਬ ਟਰੀ ਨੂੰ ਟਰਾਵਰਸ ਕਰਾਂਗੇ, ਪਹਿਲਾਂ ਲੈਫਟ ਐਂਡ ਦੈਨ ਰਾਈਟ ਐਂਡ ਦੈਨ ਲਾਸਟ ਦੇ ਵਿੱਚ ਰੂਟ ਨੂੰ ਵਿਜ਼ਿਟ ਕਰਾਂਗੇ। ਸੋ ਇਹਨਾਂ ਨੂੰ ਵਨ ਬਾਈ ਵਨ ਆਪਾਂ ਡਿਟੇਲ 'ਚ ਦੇਖਦੇ ਹਾਂ ਅੱਗੇ। ਸਭ ਤੋਂ ਪਹਿਲਾਂ ਪ੍ਰੀ ਆਰਡਰ। ਪ੍ਰੀ ਆਰਡਰ ਦੇ ਵਿੱਚ ਕੀ ਹੋਏਗਾ, ਸਪੋਜ਼ ਆਪਾਂ ਨੂੰ ਕੋਈ ਟਰੀ ਦਿੱਤਾ ਹੋਇਆ ਹੈ, ਜਿੱਦਾਂ ਕਿ ਆਪਣੇ ਕੋਲ ਇੱਥੇ ਇੱਕ ਸਿੰਪਲ ਬਾਈਨਰੀ ਟਰੀ ਹੈ, ਜਿਹਦੇ ਵਿੱਚ ਆਪਾਂ ਨੂੰ ਰੂਟ ਸ਼ੋ ਹੋ ਰਿਹਾ A ਹੈ, B ਉਹਦਾ ਲੈਫਟ ਸਬ ਟਰੀ ਹੋਏਗਾ ਅਤੇ C ਉਹਦਾ ਰਾਈਟ ਸਬ ਟਰੀ ਹੈ। ਸੋ ਸਭ ਤੋਂ ਪਹਿਲਾਂ ਪ੍ਰੀ ਆਰਡਰ ਦੇ ਵਿੱਚ ਕੀ ਹੁੰਦਾ ਹੈ ਕਿ ਪਹਿਲਾਂ ਆਪਾਂ ਰੂਟ ਨੂੰ ਟਰਾਵਰਸ ਕਰਾਂਗੇ, ਦੈਟ ਇਜ਼ A, ਦੈਨ ਲੈਫਟ ਚਾਈਲਡ ਦੈਟ ਇਜ਼ B ਐਂਡ ਦੈਨ ਰਾਈਟ ਚਾਈਲਡ ਦੈਟ ਇਜ਼ C। ਸੋ ਇਸ ਤਰੀਕੇ ਨਾਲ ਪ੍ਰੀ ਆਰਡਰ ਦੇ ਵਿੱਚ ਆਪਾਂ ਅਗਰ ਇਸ ਟਰੀ ਨੂੰ ਪ੍ਰੀ ਆਰਡਰ ਟਰਾਵਰਸਿੰਗ ਦੇ ਵਿੱਚ ਪ੍ਰਿੰਟ ਕਰਵਾਉਣਾ ਹੈ ਤਾਂ ਇਹ ਪ੍ਰਿੰਟ ਹੋਏਗਾ A, B ਐਂਡ C। ਸੋ ਹੋਰ ਐਗਜ਼ਾਮਪਲ ਦੇਖਦੇ ਹਾਂ ਇਹਦੇ ਵਿੱਚ। ਦੇਖੋ ਜਿਵੇਂ ਆਪਣੇ ਕੋਲ ਹੁਣ ਇੱਥੇ ਇੱਕ ਟਰੀ ਹੈ, ਤਾਂ ਟਰੀ ਨੂੰ ਆਪਾਂ ਤਿੰਨ ਪਾਰਟਸ ਦੇ ਵਿੱਚ ਪਹਿਲਾਂ ਡਿਵਾਈਡ ਕਰਾਂਗੇ, ਰੂਟ, ਦੈਨ ਲੈਫਟ ਸਬ ਟਰੀ ਐਂਡ ਰਾਈਟ ਸਬ ਟਰੀ। ਫਿਰ ਉਹਨੂੰ ਵਨ ਬਾਈ ਵਨ ਆਪਾਂ ਟਰਾਵਰਸ ਕਰਾਂਗੇ। ਪ੍ਰੀ ਆਰਡਰ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਰੂਟ ਨੂੰ ਵਿਜ਼ਿਟ ਕਰਦੇ ਹਾਂ, ਦੈਨ ਲੈਫਟ ਐਂਡ ਦੈਨ ਰਾਈਟ। ਇਹ ਫਾਰਮੂਲਾ ਯਾਦ ਰੱਖਣਾ ਆਪਾਂ ਨੇ। ਸਟੈਪ 1 ਕੀ ਹੋਏਗਾ, ਵਿਜ਼ਿਟ ਦੀ ਰੂਟ ਨੋਡ, ਦੈਨ ਸਟੈਪ 2 ਵਿਜ਼ਿਟ ਦੀ ਲੈਫਟ ਸਬ ਟਰੀ, ਦੈਨ ਸਟੈਪ 3 ਵਿਜ਼ਿਟ ਦੀ ਰਾਈਟ ਸਬ ਟਰੀ। ਅਤੇ ਸਬ ਟਰੀਜ਼ ਨੂੰ ਵਿਜ਼ਿਟ ਕਰਨ ਲਈ ਵੀ ਆਪਾਂ ਸੇਮ ਫਾਰਮੂਲਾ ਹੀ ਅਪਲਾਈ ਕਰਾਂਗੇ। ਸੋ ਇਹਦੇ ਲਈ ਕੀ ਹੋਏਗਾ, ਦੇਖੋ ਟਰੀ ਹੈ, ਪਹਿਲਾਂ ਇਹਨੂੰ ਆਪਾਂ ਤਿੰਨ ਪਾਰਟਸ 'ਚ ਡਿਵਾਈਡ ਕਰਾਂਗੇ, ਦੈਟ ਇਜ਼ ਲੈਫਟ ਸਬ ਟਰੀ, ਰੂਟ ਐਂਡ ਰਾਈਟ ਸਬ ਟਰੀ। ਸੋ ਇਹਨੂੰ ਲਿਖਣ ਦਾ ਮੈਥਡ ਕੀ ਹੋਏਗਾ, ਸਭ ਤੋਂ ਪਹਿਲਾਂ ਆਪਾਂ ਰੂਟ ਲਿਖਾਂਗੇ A, ਦੈਨ ਲੈਫਟ ਸਬ ਟਰੀ ਲਿਖ ਲਿਆ ਜੋ ਕਿ B ਤੋਂ ਸਟਾਰਟ ਹੋ ਰਿਹਾ ਹੈ, ਦੈਨ ਰਾਈਟ ਸਬ ਟਰੀ ਜੋ ਕਿ C ਤੋਂ ਸਟਾਰਟ ਹੋ ਰਿਹਾ ਹੈ। ਹੁਣ A ਸਿੰਗਲ ਐਲੀਮੈਂਟ ਹੈ, ਇਹਨੂੰ ਅੱਗੇ ਫਰਦਰ ਟਰਾਵਰਸ ਕਰਨ ਦੀ ਲੋੜ ਨਹੀਂ ਹੈ। ਜਿਹੜੇ ਅੱਗੇ ਫਰਦਰ ਟਰੀਜ਼ ਨੇ ਉਹਨੂੰ ਸੇਮ ਆਪਾਂ ਇਸੀ ਮੈਥਡ ਨਾਲ ਅੱਗੇ ਟਰਾਵਰਸ ਕਰਾਂਗੇ। ਦੇਖੋ ਇਹਨੂੰ ਆਪਾਂ ਅੱਗੇ ਪਾਰਟਸ 'ਚ ਡਿਵਾਈਡ ਕਰ ਲਿਆ, A ਲੱਗ ਗਿਆ ਸਿੰਗਲ ਐਲੀਮੈਂਟ ਹੈ, ਸੋ ਇਹਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਹੁਣ B ਜਿਹੜਾ ਟਰੀ ਹੈ ਉਹਨੂੰ ਫਿਰ ਅੱਗੇ ਆਪਾਂ ਪਾਰਟਸ 'ਚ ਡਿਵਾਈਡ ਕਰ ਲਿਆ, ਲੈਫਟ ਸਬ ਟਰੀ, ਰਾਈਟ ਸਬ ਟਰੀ ਐਂਡ ਰੂਟ ਕੀ ਹੋ ਗਿਆ ਉਹਦਾ B। ਸੋ ਇਹਨੂੰ ਸੇਮ ਉਸੀ ਮੈਥਡ ਨਾਲ ਆਪਾਂ ਲਿਖਾਂਗੇ। A ਆਪਣੇ ਕੋਲ ਆਲਰੇਡੀ ਹੈ, ਸੋ B ਲਿਖਿਆ ਪਹਿਲਾਂ, ਦੈਨ ਉਹਦਾ ਲੈਫਟ ਸਬ ਟਰੀ ਜੋ ਕਿ D ਤੋਂ ਸਟਾਰਟ ਹੋ ਰਿਹਾ ਹੈ, ਦੈਨ ਰਾਈਟ ਸਬ ਟਰੀ ਜੋ E ਹੈ। ਹੁਣ E ਵੀ ਇੱਕ ਸਿੰਗਲ ਐਲੀਮੈਂਟ ਹੈ, ਇਹਨੂੰ ਅੱਗੇ ਕੁਛ ਕਰਨ ਦੀ ਲੋੜ ਨਹੀਂ ਹੈ। ਹੁਣ ਇੱਥੇ ਆਪਣੇ ਕੋਲ ਇੱਕੋ ਹੀ ਟਰੀ ਬਚ ਗਿਆ DHI, ਇਹਨੂੰ ਫਿਰ ਆਪਾਂ ਸੇਮ ਮੈਥਡ ਨਾਲ ਹੀ ਟਰਾਵਰਸ ਕਰਾਂਗੇ। ਸੋ ਇਹਦਾ ਆਪਣੇ ਕੋਲ ਆ ਜਾਂਦਾ ਆਨਸਰ, ਦੈਟ ਇਜ਼ A, B, D, H, I ਐਂਡ E। ਇਸੇ ਤਰੀਕੇ ਨਾਲ ਆਪਣੇ ਕੋਲ ਜੋ ਰਾਈਟ ਸਬ ਟਰੀ ਸੀ ਜੋ C ਤੋਂ ਸਟਾਰਟ ਹੋ ਰਿਹਾ ਸੀ, ਉਹਨੂੰ ਫਿਰ ਆਪਾਂ ਟਰਾਵਰਸ ਕਰਾਂਗੇ ਅਤੇ ਉਹਦੇ ਵਿੱਚ ਵੀ ਅੱਗੇ ਫਰਦਰ ਪਾਰਟਸ ਆ ਜਾਂਦੇ ਨੇ, ਲੈਫਟ ਸਬ ਟਰੀ ਜੋ ਕਿ F ਤੋਂ ਸਟਾਰਟ ਹੋ ਰਿਹਾ ਹੈ ਐਂਡ ਰਾਈਟ ਸਬ ਟਰੀ ਜੋ ਕਿ G ਤੋਂ ਸਟਾਰਟ ਹੋ ਰਿਹਾ ਹੈ। ਸੇਮ ਇਹਨੂੰ ਉਸੀ ਮੈਥਡ ਨਾਲ ਟਰਾਵਰਸ ਕਰਾਂਗੇ ਕਿ ਰੂਟ ਪਹਿਲਾਂ ਆਏਗਾ, ਦੈਨ ਲੈਫਟ ਐਂਡ ਦੈਨ ਰਾਈਟ। ਸੋ ਦੇਖੋ ਪਹਿਲਾਂ ਰੂਟ ਆ ਗਿਆ ਜੋ ਕਿ C ਹੈ, ਫਿਰ ਉਹਦੇ ਲੈਫਟ 'ਤੇ ਸੀ F ਐਂਡ J, ਸੋ ਉਹ ਟਰੀ ਆ ਗਿਆ, ਅਤੇ ਉਹਦੇ ਰਾਈਟ 'ਤੇ ਸੀ J ਐਂਡ K। ਨੈਕਸਟ ਇਹਨੂੰ ਫਰਦਰ ਆਪਾਂ ਨੇ ਡਿਵਾਈਡ ਕਰ ਲਿਆ, ਸੋ ਆਪਣੇ ਕੋਲ ਆ ਗਿਆ C, F, J, G ਐਂਡ K।
ਸੋ ਹੁਣ ਇਹ ਸਾਰੇ ਨੂੰ ਆਪਾਂ ਕੰਬਾਈਨ ਕਰ ਲਾਂਗੇ। ਉੱਪਰੋਂ ਦੀ ਜੋ ਆਪਣੇ ਕੋਲ ਆ ਰਿਹਾ ਹੈ ABDHI and E, ਦੈਨ ਨੀਚੇ ਜੋ ਹੈ CFJG and K। ਸੋ ਕੰਪਲੀਟ ਆਨਸਰ ਆਪਣੇ ਕੋਲ ਇਹ ਆ ਰਿਹਾ ਹੈ ABDHIE CFJG and K। ਸੋ ਇਹ ਸੀ ਪ੍ਰੀ ਆਰਡਰ ਟਰਾਵਰਸਲ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਆਪਾਂ ਇਹਦੀ। ਸੋ ਪ੍ਰੀ ਆਰਡਰ ਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਆਪਾਂ ਰੂਟ ਨੂੰ ਟਰਾਵਰਸ ਕਰਾਂਗੇ। ਸੋ ਹੁਣ ਇਹਨੂੰ ਆਪਾਂ ਸਿੰਗਲ ਸਟੈਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰੂਟ ਕੀ ਹੈ A। ਸੋ ਸਭ ਤੋਂ ਪਹਿਲਾਂ A ਆ ਗਿਆ ਆਪਣੇ ਕੋਲ। ਹੁਣ ਇਹਦੇ ਲੈਫਟ 'ਤੇ ਚੱਲਾਂਗੇ ਜੋ B ਤੋਂ ਸਟਾਰਟ ਹੋ ਰਿਹਾ ਹੈ ਉਹਦਾ। ਫਿਰ ਅੱਗੇ ਰੂਟ ਕੀ ਹੈ B। ਸੋ B ਆ ਗਿਆ। ਫਿਰ ਅੱਗੇ ਉਹਦਾ ਲੈਫਟ 'ਤੇ ਚੱਲਾਂਗੇ ਆਪਾਂ D। ਸੋ ਇਹਦਾ ਰੂਟ ਹੈ D। ਨੈਕਸਟ ਫਿਰ ਉਹਦੇ ਆਪਾਂ ਲੈਫਟ 'ਤੇ ਚੱਲਾਂਗੇ, ਦੈਟ ਇਜ਼ G। ਸੋ G ਆ ਗਿਆ। ਹੁਣ G ਦੇ ਅੱਗੇ ਕੁਛ ਵੀ ਨਹੀਂ ਹੈ ਅਤੇ ਲੈਫਟ ਇਹਦਾ ਆਪਾਂ ਟਰੈਵਰਸ ਕਰ ਚੁੱਕੇ ਹਾਂ, ਰੂਟ ਆਲਰੇਡੀ ਕਰ ਚੁੱਕੇ ਹਾਂ। ਸੋ ਰੂਟ ਇਹਦਾ ਫਾਰਮੂਲਾ ਇਹੀ ਹੁੰਦਾ ਹੈ, ਰੂਟ ਲੈਫਟ ਐਂਡ ਰਾਈਟ। ਸੋ ਲੈਫਟ ਕਰ ਚੁੱਕੇ ਹਾਂ, ਦੈਨ ਰਾਈਟ 'ਤੇ ਕੀ ਹੈ ਇਹਦੇ H। ਸੋ H ਆ ਗਏ। ਫਿਰ ਅੱਗੇ ਉੱਪਰ ਜਾਵਾਂਗੇ, ਹੁਣ B ਆਪਾਂ ਕਰ ਚੁੱਕੇ ਹਾਂ। ਦੈਨ ਇਹਦੇ ਰਾਈਟ 'ਤੇ ਜਾਵਾਂਗੇ। ਸੋ ਰਾਈਟ 'ਤੇ ਪਹਿਲਾਂ ਰੂਟ ਆ ਜਾਂਦਾ ਹੈ E। ਸੋ E ਆ ਗਿਆ। ਦੈਨ ਉਹਦੇ ਰਾਈਟ 'ਤੇ ਗਏ I। ਸੋ ਫਿਰ ਆਪਾਂ ਹੁਣ ਫਰਦਰ ਇੱਕ ਸਟੈਪ ਉੱਪਰ ਜਾਵਾਂਗੇ। ਸੋ ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ ਵਿਜ਼ਿਟ। ਸੋ ਇਹਦੇ ਹੁਣ ਰਾਈਟ 'ਤੇ ਜਾਵਾਂਗੇ, ਰਾਈਟ 'ਤੇ ਕੀ ਹੈ C। ਸੋ C ਆ ਗਿਆ ਪਹਿਲਾਂ। ਦੈਨ C ਰੂਟ C। ਸੋ ਇਹਦੇ ਲੈਫਟ 'ਤੇ ਜਾਵਾਂਗੇ F ਐਂਡ ਦੈਨ J। ਸੋ ਇਸ ਤਰੀਕੇ ਨਾਲ ਆਪਾਂ ਪ੍ਰੀ ਆਰਡਰ ਟਰਾਵਰਸਲ ਕਰ ਸਕਦੇ ਹਾਂ। ਸੋ ਨੈਕਸਟ ਹੈ ਇੱਕ ਐਕਸਪ੍ਰੈਸ਼ਨ ਟਰੀ ਦੇਖਦੇ ਹਾਂ ਕਿ ਉਹਨੂੰ ਆਪਾਂ ਪ੍ਰੀ ਆਰਡਰ ਕਿਵੇਂ ਟਰਾਵਰਸ ਕਰਾਂਗੇ। ਐਕਸਪ੍ਰੈਸ਼ਨ ਟਰੀ ਆਪਾਂ ਨੂੰ ਪਤਾ ਕੀ ਹੁੰਦਾ ਹੈ ਕਿ ਉਹਦੇ ਲੀਫ ਨੋਡਸ ਦੇ ਉੱਤੇ ਆਪਣੇ ਕੋਲ ਵੇਰੀਏਬਲਸ ਹੁੰਦੇ ਨੇ, ਜਾਂ ਕਹਿ ਸਕਦੇ ਹਾਂ ਓਪਰੈਂਡਸ ਹੁੰਦੇ ਨੇ, ਅਤੇ ਜਿਹੜੇ ਇੰਟਰਨਲ ਨੋਡਸ ਨੇ ਉਹ ਕੀ ਹੁੰਦੇ ਨੇ, ਓਪਰੇਟਰਸ ਹੁੰਦੇ ਨੇ। ਸੋ ਇਹਦੇ ਵਿੱਚ ਇਹਨੂੰ ਪ੍ਰੀ ਆਰਡਰ ਟਰਾਵਰਸਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਰੂਟ 'ਤੇ ਹੈ ਜੋ ਆਪਣੇ ਕੋਲ ਡਿਵਾਈਡ। ਸੋ ਡਿਵਾਈਡ ਆ ਗਿਆ। ਦੈਨ ਸਟਾਰ ਜੋ ਮਲਟੀਪਲੀਕੇਸ਼ਨ ਦਾ ਸਾਈਨ ਹੈ, ਸੋ ਮਲਟੀਪਲਾਈ ਆ ਗਿਆ। ਦੈਨ ਉਸ ਤੋਂ ਬਾਅਦ ਫਿਰ ਉਹਦੇ ਅੱਗੇ ਲੈਫਟ 'ਤੇ ਹੈ ਪਲੱਸ। ਸੋ ਪਲੱਸ ਦੈਨ A। ਸੋ ਉਸ ਤੋਂ ਬਾਅਦ A ਤੋਂ ਬਾਅਦ ਹੁਣ ਆਪਾਂ ਰਾਈਟ 'ਤੇ ਜਾਣਾ ਹੈ। ਸੋ B ਆ ਗਏ। B ਤੋਂ ਬਾਅਦ ਆਪਾਂ ਉਹਦੇ ਫਰਦਰ ਉੱਪਰ ਸਟੈਪ 'ਤੇ ਜਾਵਾਂਗੇ, ਮਲਟੀਪਲਾਈ 'ਤੇ ਆ ਗਏ। ਸੋ ਮਲਟੀਪਲਾਈ ਦੇ ਹੁਣ ਅੱਗੇ ਰਾਈਟ 'ਤੇ ਜਾਵਾਂਗੇ। ਸੋ ਰਾਈਟ 'ਤੇ ਕੀ ਹੈ ਆਪਣੇ ਕੋਲ, ਮਾਈਨਸ। ਸੋ ਮਾਈਨਸ ਆ ਗਿਆ। ਦੈਨ ਹੁਣ ਇਹਦੇ ਲੈਫਟ 'ਤੇ ਹੈ C ਐਂਡ ਰਾਈਟ 'ਤੇ ਹੈ D। ਅਗੇਨ ਹੁਣ ਆਪਾਂ ਇਹਦੇ ਫਰਦਰ ਅਪ ਸਟੈਪ 'ਤੇ ਜਾਵਾਂਗੇ। ਸੋ ਸਟਾਰ ਯਾਨੀ ਕਿ ਮਲਟੀਪਲਾਈ ਹੁਣ ਪੂਰਾ ਟਰਾਵਰਸ ਹੋ ਚੁੱਕਿਆ ਹੈ। ਫਿਰ ਉਹਦੇ ਅਪ ਸਟੈਪ 'ਤੇ ਜਾਵਾਂਗੇ, ਦੈਟ ਇਜ਼ ਡਿਵਾਈਡ। ਸੋ ਡਿਵਾਈਡ ਦੇ ਹੁਣ ਆਪਾਂ ਰਾਈਟ 'ਤੇ ਜਾਵਾਂਗੇ। ਰਾਈਟ 'ਤੇ ਆਪਣੇ ਕੋਲ ਪਲੱਸ। ਸੋ ਪਲੱਸ ਆ ਗਿਆ। ਪਲੱਸ ਦੇ ਲੈਫਟ 'ਤੇ E ਐਂਡ ਰਾਈਟ 'ਤੇ F। ਸੋ ਇਸ ਤਰੀਕੇ ਨਾਲ ਪ੍ਰੀ ਆਰਡਰ ਨੂੰ ਟਰਾਵਰਸ ਕਰ ਸਕਦੇ ਹਾਂ ਆਪਾਂ। ਕਿਸੇ ਵੀ ਟਰੀ ਨੂੰ ਆਪਾਂ ਪ੍ਰੀ ਆਰਡਰ 'ਚ ਟਰਾਵਰਸ ਕਰ ਸਕਦੇ ਹਾਂ। ਨੈਕਸਟ ਹੈ ਇਨ ਆਰਡਰ ਟਰਾਵਰਸਲ। ਇਨ ਆਰਡਰ ਦੇ ਵਿੱਚ ਕੀ ਹੋਏਗਾ ਕਿ ਆਪਾਂ ਸਭ ਤੋਂ ਪਹਿਲਾਂ ਲੈਫਟ ਨੂੰ ਟਰਾਵਰਸ ਕਰਦੇ ਹਾਂ, ਦੈਨ ਰੂਟ ਐਂਡ ਦੈਨ ਰਾਈਟ। ਸੋ ਇਹਦੇ ਵਿੱਚ ਕੀ ਹੈ, ਰੂਟ ਆਪਣੇ ਕੋਲ ਸੈਂਟਰ ਦੇ ਵਿੱਚ ਹੁੰਦਾ। ਸਭ ਤੋਂ ਪਹਿਲਾਂ ਲੈਫਟ ਯਾਨੀ ਕਿ B ਆਏਗਾ। ਸੋ ਰੂਟ A ਐਂਡ ਦੈਨ ਰਾਈਟ ਦੈਟ ਇਜ਼ C। ਸੋ ਅਗਰ ਆਪਣੇ ਕੋਲ ਇੱਦਾਂ ਦਾ ਕੋਈ ਵੀ ਟਰੀ ਹੈ ਤਾਂ ਉਹਨੂੰ ਆਪਾਂ ਇਸ ਤਰੀਕੇ ਨਾਲ ਇਨ ਆਰਡਰ 'ਚ ਟਰਾਵਰਸ ਕਰਾਂਗੇ। ਸੋ ਇਹਦਾ ਆਨਸਰ ਆਏਗਾ B A ਐਂਡ C। ਸੋ ਇਹਨੂੰ ਫਿਰ ਆਪਾਂ ਉਵੇਂ ਹੀ ਪਾਰਟਸ 'ਚ ਡਿਵਾਈਡ ਕਰਕੇ ਸੋਲਵ ਕਰਾਂਗੇ। ਸੋ ਸਟੈਪਸ ਯਾਦ ਰੱਖਣੇ ਆ। ਸਭ ਤੋਂ ਪਹਿਲਾਂ ਇਹ 'ਚ ਲੈਫਟ ਸਬ ਟਰੀ ਟਰਾਵਰਸ ਕਰਾਂਗੇ, ਦੈਨ ਰੂਟ ਐਂਡ ਦੈਨ ਰਾਈਟ। ਸੋ ਇਹਨੂੰ ਪਹਿਲਾਂ ਡਿਵਾਈਡ ਕਰਾਂਗੇ ਤਿੰਨ ਪਾਰਟਸ, ਲੈਫਟ, ਰੂਟ ਐਂਡ ਰਾਈਟ। ਫਿਰ ਲੈਫਟ ਲਿਖ ਲਿਆ ਆਪਾਂ ਨੇ, ਦੈਨ ਰੂਟ। ਇਸ 'ਚ ਦੇਖੋ ਰੂਟ ਆਪਣੇ ਕੋਲ ਸੈਂਟਰ 'ਚ ਲਿਖਦੇ ਆਪਾਂ। ਪ੍ਰੀ ਆਰਡਰ ਦੇ ਵਿੱਚ ਰੂਟ ਨੂੰ ਆਪਾਂ ਪਹਿਲਾਂ ਲਿਖਦੇ ਸੀ, ਇਨ ਆਰਡਰ ਦੇ ਵਿੱਚ ਰੂਟ ਨੂੰ ਆਪਾਂ ਸੈਂਟਰ 'ਚ ਲਿਖਾਂਗੇ। ਐਂਡ ਦੈਨ ਰਾਈਟ ਸਬ ਟਰੀ। ਸੋ ਲੈਫਟ ਸਬ ਟਰੀ ਆਪਣੇ ਕੋਲ ਸਟਾਰਟ ਹੋ ਰਿਹਾ B ਤੋਂ, ਅਤੇ ਰਾਈਟ ਸਬ ਟਰੀ ਸਟਾਰਟ ਹੋ ਰਿਹਾ C ਤੋਂ। ਫਿਰ ਇਹਨੂੰ ਅੱਗੇ ਫਰਦਰ ਆਪਾਂ ਡਿਵਾਈਡ ਕਰਾਂਗੇ। ਸੋ B ਨੂੰ ਅੱਗੇ ਡਿਵਾਈਡ ਕੀਤਾ ਲੈਫਟ ਸਬ ਟਰੀ ਐਂਡ ਰਾਈਟ ਸਬ ਟਰੀ। ਫਿਰ ਇਹਨੂੰ ਲਿਖਾਂਗੇ। ਲਿਖਣ ਵੇਲੇ ਦੇਖੋ A ਦੀ ਪੋਜੀਸ਼ਨ ਲਾਸਟ ਦੇ ਵਿੱਚ ਸੀ ਟਰੀ ਤੋਂ ਬਾਅਦ A। ਦੈਨ ਉਸੇ ਤਰੀਕੇ ਨਾਲ ਜਦੋਂ ਆਪਾਂ ਲਿਖਿਆ ਉੱਥੇ ਵੀ A ਦੀ ਪੋਜੀਸ਼ਨ ਲਾਸਟ ਦੇ ਵਿੱਚ ਹੀ ਰਹੇਗੀ, ਅਤੇ ਬਾਕੀਆਂ ਨੂੰ ਆਪਾਂ ਉਸੇ ਤਰੀਕੇ ਨਾਲ ਲਿਖਾਂਗੇ। B ਸੈਂਟਰ 'ਚ ਆ ਗਿਆ, ਅਤੇ ਉਹਦਾ ਰਾਈਟ ਸਬ ਟਰੀ ਸੀ E, ਉਹ ਰਾਈਟ 'ਚ ਆ ਗਿਆ, ਅਤੇ ਲੈਫਟ ਸਬ ਟਰੀ ਸੀ D ਤੋਂ ਸਟਾਰਟ ਹੋ ਰਿਹਾ ਜੋ, ਸੋ ਲੈਫਟ 'ਤੇ ਆ ਗਿਆ। ਫਿਰ ਅੱਗੇ ਇਹਨੂੰ ਫਰਦਰ ਡਿਵਾਈਡ ਕਰਾਂਗੇ D ਨੂੰ, ਉੱਥੇ ਫਿਰ ਆਪਣੇ ਕੋਲ ਆ ਗਿਆ H D ਐਂਡ I। ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਇਨ ਆਰਡਰ 'ਚ ਟਰਾਵਰਸ ਕਰਾਂਗੇ। ਫਿਰ ਇਹਦਾ ਰਾਈਟ ਸਬ ਪਾਰਟ ਜਿਹੜਾ ਕਿ C ਤੋਂ ਸਟਾਰਟ ਹੋ ਰਿਹਾ ਸੀ, ਉਹਨੂੰ ਵੀ ਅੱਗੇ ਡਿਵਾਈਡ ਕਰਕੇ ਸੋਲਵ ਕਰਾਂਗੇ। ਸੋ ਉੱਥੇ ਆਪਣੇ ਕੋਲ ਆ ਗਿਆ F J ਲੈਫਟ 'ਤੇ ਆ ਗਿਆ, C ਸੈਂਟਰ 'ਚ ਆ ਗਿਆ ਕਿਉਂਕਿ ਰੂਟ ਹੈ, ਦੈਨ G ਐਂਡ K ਰਾਈਟ 'ਤੇ ਆ ਗਏ। ਸੋ ਇੱਥੋਂ ਆਪਣੇ ਕੋਲ ਆ ਗਿਆ F J C K ਐਂਡ
ਜੀ। ਇੱਥੇ ਦੇਖੋ ਐਫ ਆਪਣੇ ਕੋਲ ਰੂਟ ਸੀ ਅਤੇ ਜੇ ਉਹਦਾ ਰਾਈਟ ਚਾਈਲਡ ਹੈ, ਸੋ ਇਸ ਕਰਕੇ ਜੇ ਰਾਈਟ 'ਤੇ ਆਇਆ। ਕੇ ਜੀ ਦਾ ਲੈਫਟ ਚਾਈਲਡ ਸੀ, ਸੋ ਇਸ ਕਰਕੇ ਕੇ ਜੀ ਦੇ ਲੈਫਟ ਤੇ ਆਇਆ। ਫਿਰ ਇਹਨੂੰ ਦੋਨਾਂ ਨੂੰ ਕੰਬਾਈਨ ਕਰਾਂਗੇ, ਸੋ ਕੰਬਾਈਨ ਕਰਕੇ ਆਪਣੇ ਕੋਲ ਆਨਸਰ ਆ ਗਿਆ HDIBEAFJCKG। ਇਸ ਤਰੀਕੇ ਨਾਲ ਆਪਾਂ ਇਨ ਆਰਡਰ 'ਚ ਟਰਾਵਰਸ ਕਰ ਸਕਦੇ ਹਾਂ ਕਿਸੇ ਵੀ ਬਾਈਨਰੀ ਟਰੀ ਨੂੰ। ਹੋਰ ਐਗਜ਼ਾਮਪਲ ਦੇਖਦੇ ਹਾਂ ਆਪਾਂ। ਇੱਥੇ ਹੁਣ ਆਪਣੇ ਕੋਲ ਟਰੀ ਹੈ, ਸੋ ਇੱਥੇ ਆਪਾਂ ਦੇਖੋ ਰੂਟ ਤੋਂ ਆਪਾਂ ਪਹਿਲਾਂ ਸਬ ਚਾਈਲਡ ਲੈਫਟ 'ਤੇ ਜਾਵਾਂਗੇ, ਦੈਨ ਉਹਦੇ ਲੈਫਟ 'ਚ ਜਾਵਾਂਗੇ ਜਦ ਤੱਕ ਆਪਾਂ ਲੀਫ 'ਤੇ ਨਹੀਂ ਪਹੁੰਚ ਜਾਂਦੇ, ਕਿਉਂਕਿ ਰੂਟ ਨੂੰ ਆਪਾਂ ਸੈਂਟਰ 'ਚ ਲਿਖਦੇ ਹੁੰਦੇ ਹਾਂ। ਸੋ ਇਸ ਕਰਕੇ ਰੂਟ ਨੂੰ ਆਪਾਂ ਸਟਾਰਟਿੰਗ 'ਚ ਨਹੀਂ ਲਿਖਾਂਗੇ। ਪਹਿਲਾਂ ਆਪਾਂ ਏ 'ਤੇ ਗਏ, ਫਿਰ ਉਹਦੇ ਲੈਫਟ ਬੀ 'ਤੇ ਗਏ, ਫਿਰ ਉਹਦੇ ਲੈਫਟ ਡੀ 'ਤੇ ਗਏ, ਦੈਨ ਉਹਦੇ ਲੈਫਟ ਜੀ 'ਤੇ ਗਏ। ਸੋ ਸਭ ਤੋਂ ਪਹਿਲਾਂ ਕੀ ਆਏਗਾ ਜੀ, ਦੈਨ ਰੂਟ ਉਹਦਾ ਡੀ ਆ ਗਿਆ ਅਤੇ ਉਹਦਾ ਰਾਈਟ ਆ ਗਿਆ ਐਚ। ਸੋ ਇਸ ਤਰੀਕੇ ਨਾਲ ਹੁਣ ਇਹ ਲੈਫਟ ਸਬਟਰੀ ਹੋ ਗਿਆ ਬੀ ਦਾ, ਦੈਨ ਬੀ ਲਿਖਾਂਗੇ ਆਪਾਂ ਰੂਟ, ਅਤੇ ਬੀ ਦੇ ਅੱਗੇ ਰਾਈਟ 'ਤੇ ਆ ਗਏ ਆਪਣੇ ਕੋਲ ਈ ਐਂਡ ਆਈ। ਸੋ ਇਸੇ ਤਰੀਕੇ ਨਾਲ ਹੁਣ ਬੀ ਲੈਫਟ ਸਬਟਰੀ ਕੰਪਲੀਟ ਹੋ ਗਿਆ ਹੈ। ਫਿਰ ਏ ਰੂਟ ਆ ਜਾਏਗਾ ਅਤੇ ਉਹਦੇ ਰਾਈਟ ਪਾਰਟ ਦੇ ਵਿੱਚ ਸੀ ਐਫ ਐਂਡ ਜੇ ਹੈ। ਸੋ ਇੱਥੇ ਦੇਖੋ ਸੀ ਰੂਟ ਹੈ, ਬਟ ਉਹਦੇ ਲੈਫਟ 'ਤੇ ਆਪਣੇ ਕੋਲ ਐਫ ਪੇ ਹੈ। ਸੋ ਇਸ ਕਰਕੇ ਪਹਿਲਾਂ ਆਪਾਂ ਐਫ ਨੂੰ ਸੋਲਵ ਕਰਾਂਗੇ। ਐਫ ਦੇ ਲੈਫਟ 'ਤੇ ਕੁਛ ਵੀ ਨਹੀਂ ਹੈ, ਸੋ ਇਸ ਕਰਕੇ ਪਹਿਲਾਂ ਐਫ ਆ ਗਿਆ, ਦੈਨ ਉਹਦੇ ਰਾਈਟ 'ਤੇ ਹੈ ਜੇ, ਸੋ ਜੇ ਆ ਗਿਆ। ਹੁਣ ਐਫ ਸਬਟਰੀ ਕੰਪਲੀਟ ਹੋ ਚੁੱਕਿਆ ਹੈ। ਫਿਰ ਉਹਦਾ ਰੂਟ ਆ ਜਾਏਗਾ ਸੀ ਦੇ ਰਾਈਟ 'ਤੇ ਕੁਛ ਵੀ ਨਹੀਂ ਹੈ, ਸੋ ਇਸ ਕਰਕੇ ਇੱਥੇ ਕੰਪਲੀਟ ਹੋ ਜਾਏਗਾ ਇਹ। ਸੋ ਇਸ ਤਰੀਕੇ ਨਾਲ ਆਪਾਂ ਇਨ ਆਰਡਰ ਟਰਾਵਰਸਲ ਕਰ ਸਕਦੇ ਹਾਂ ਕਿਸੇ ਵੀ ਟਰੀ ਨੂੰ। ਇਨ ਆਰਡਰ ਟਰਾਵਰਸਲ ਨੂੰ ਆਪਾਂ ਇੱਕ ਹੋਰ ਸ਼ਾਰਟਕਟ ਮੈਥਡ ਨਾਲ ਵੀ ਯੂਜ਼ ਕਰ ਸਕਦੇ ਹਾਂ, ਬਾਈ ਪ੍ਰੋਜੈਕਸ਼ਨ। ਦੇਖੋ ਸਪੋਜ਼ ਆਪਣੇ ਕੋਲ ਇਹ ਟਰੀ ਹੈ, ਅਗਰ ਆਪਾਂ ਹਰ ਇੱਕ ਨੋਡ ਤੋਂ ਇੱਕ ਸਟੇਟ ਲਾਈਨ ਐਂਡ ਪ੍ਰੋਜੈਕਟ ਕਰੀਏ ਤਾਂ ਕੀ ਹੋਏਗਾ, ਆਪਣੇ ਕੋਲ ਇਹਦਾ ਇਨ ਆਰਡਰ ਟਰਾਵਰਸਲ ਆ ਜਾਏਗੀ। ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਡਾਇਰੈਕਟਲੀ ਲਿਖ ਸਕਦੇ ਹਾਂ, ਜੋ ਕਿ ਆਨਸਰ ਆ ਜਾਏਗਾ ਆਪਣੇ ਕੋਲ GDHBEIAFJ ਐਂਡ C। ਸੋ ਇਸ ਤਰੀਕੇ ਨਾਲ ਆਪਾਂ ਇਨ ਆਰਡਰ 'ਚ ਟਰਾਵਰਸ ਕਰ ਸਕਦੇ ਹਾਂ ਕਿਸੇ ਵੀ ਟਰੀ ਨੂੰ। ਸੇਮ ਇਸੇ ਤਰੀਕੇ ਨਾਲ ਕੋਈ ਅਗਰ ਐਕਸਪ੍ਰੈਸ਼ਨ ਟਰੀ ਹੈ ਆਪਣੇ ਕੋਲ ਤਾਂ ਉਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਸੋ ਇੱਥੇ ਆਪਣੇ ਕੋਲ ਆਨਸਰ ਆ ਜਾਏਗਾ A+B ਮਲਟੀਪਲਾਈ C - D ਡਿਵਾਈਡ ਬਾਈ E+F। ਸੋ ਇਹ ਇਨ ਆਰਡਰ ਟਰਾਵਰਸਲ ਹੈ ਕਿਸੇ ਵੀ ਟਰੀ ਦੀ। ਨੈਕਸਟ ਆ ਜਾਂਦਾ ਪੋਸਟ ਆਰਡਰ ਟਰਾਵਰਸਲ। ਪੋਸਟ ਆਰਡਰ ਦੇ ਵਿੱਚ ਕੀ ਹੋਏਗਾ ਕਿ ਆਪਾਂ ਨੂੰ ਨਾਮ ਤੋਂ ਪਤਾ ਚੱਲ ਰਿਹਾ ਪੋਸਟ, ਯਾਨੀ ਕਿ ਇੱਥੇ ਰੂਟ ਹੁਣ ਕਿੱਥੇ ਆਏਗਾ, ਲਾਸਟ 'ਤੇ ਆਏਗਾ। ਸੋ ਇਹਦੇ ਵਿੱਚ ਕੀ ਆਰਡਰ ਹੋਏਗਾ, ਸਭ ਤੋਂ ਪਹਿਲਾਂ ਆਪਾਂ ਲੈਫਟ ਟਰੀ ਲਿਖਾਂਗੇ, ਦੈਟ ਇਜ਼ B, ਫਿਰ ਰਾਈਟ ਦੈਟ ਇਜ਼ C ਐਂਡ ਦੈਨ ਰੂਟ A। ਸੋ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਟਰੀ ਨੂੰ ਪੋਸਟ ਆਰਡਰ 'ਚ ਟਰਾਵਰਸ ਕਰਾਂਗੇ। ਸੋ ਲਿਖਣ ਦਾ ਮੈਥਡ ਆਰਡਰ ਯਾਦ ਰੱਖਣਾ ਹੈ, ਸੋ ਲੈਫਟ ਰਾਈਟ ਐਂਡ ਦੈਨ ਰੂਟ। ਸੇਮ ਉਸੇ ਤਰੀਕੇ ਨਾਲ ਮੈਥਡ ਆਪਾਂ ਫੋਲੋ ਕਰਾਂਗੇ ਕਿ ਪਹਿਲਾਂ ਇਹਨੂੰ 3 ਪਾਰਟਸ 'ਚ ਡਿਵਾਈਡ ਕਰਾਂਗੇ, ਫਿਰ ਉਹਨੂੰ 1 ਬਾਈ 1 ਅੱਗੇ ਸੋਲਵ ਕਰਾਂਗੇ। ਸੋ ਲਿਖਣ ਲਈ ਮੈਥਡ ਯਾਦ ਰੱਖਣਾ ਹੈ, ਸਟੈਪਸ ਯਾਦ ਰੱਖਣੇ। ਸਭ ਤੋਂ ਪਹਿਲਾਂ ਲੈਫਟ, ਦੈਨ ਰਾਈਟ ਐਂਡ ਦੈਨ ਰੂਟ। ਪੋਸਟ ਆਰਡਰ ਟਰਾਵਰਸਲ ਲਈ ਸਭ ਤੋਂ ਪਹਿਲਾਂ ਆਪਾਂ ਟਰੀ ਨੂੰ 3 ਪਾਰਟਸ 'ਚ ਡਿਵਾਈਡ ਕਰਦੇ ਹਾਂ, ਲੈਫਟ ਸਬ ਟਰੀ, ਰਾਈਟ ਸਬ ਟਰੀ ਐਂਡ ਰੂਟ। ਫਿਰ ਇਹਨੂੰ ਜਦੋਂ ਲਿਖਾਂਗੇ ਤਾਂ ਰੂਟ ਸਭ ਤੋਂ ਲਾਸਟ 'ਚ ਲਿਖਾਂਗੇ। ਸੋ ਦੇਖੋ ਪਹਿਲਾਂ ਲੈਫਟ ਸਬ ਟਰੀ ਲਿਖਿਆ ਜੋ B ਤੋਂ ਸਟਾਰਟ ਹੋ ਰਿਹਾ ਹੈ, ਦੈਨ ਰਾਈਟ ਸਬ ਟਰੀ ਲਿਖਿਆ ਜੋ ਕਿ C ਤੋਂ ਸਟਾਰਟ ਹੋ ਰਿਹਾ ਹੈ, ਐਂਡ ਦੈਨ ਰੂਟ ਸਭ ਤੋਂ ਲਾਸਟ ਦੇ ਵਿੱਚ, A ਸਭ ਤੋਂ ਲਾਸਟ 'ਚ ਲਿਖਿਆ ਆਪਾਂ ਨੇ। ਉਹ ਫਿਰ ਅੱਗੇ ਫਰਦਰ ਇਹਨਾਂ ਨੂੰ ਸਬ ਡਿਵਾਈਡ ਕਰਕੇ ਲਿਖਾਂਗੇ, ਜੋ B ਤੋਂ ਸਟਾਰਟ ਹੋ ਰਿਹਾ ਪਹਿਲਾਂ ਉਹਨੂੰ ਲਿਖਦੇ ਹਾਂ, ਉਹਦੇ ਵਿੱਚ ਸੇਮ ਅੱਗੇ ਡਿਵਾਈਡ ਕੀਤਾ ਉਹਨੂੰ ਲੈਫਟ ਸਬ ਟਰੀ, ਰਾਈਟ ਸਬ ਟਰੀ ਐਂਡ ਰੂਟ ਹੈ ਆਪਣੇ ਕੋਲ B। ਸੋ B ਲਾਸਟ 'ਤੇ ਆ ਗਿਆ। ਸਭ ਤੋਂ ਪਹਿਲਾਂ ਲੈਫਟ ਸਬ ਟਰੀ ਲਿਖਿਆ D ਤੋਂ ਸਟਾਰਟ ਹੋ ਰਿਹਾ ਹੈ, ਦੈਨ ਰਾਈਟ ਸਬ ਟਰੀ ਜੋ ਕਿ E ਇਕੱਲਾ ਹੀ ਐਲੀਮੈਂਟ ਹੈ, ਦੈਨ ਲਾਸਟ 'ਚ ਰੂਟ ਜੋ ਕਿ B ਹੈ। ਫਿਰ ਅੱਗੇ DHI ਨੂੰ ਫਰਦਰ ਸੋਲਵ ਕੀਤਾ, ਉਹਦਾ ਆਨਸਰ ਆਪਣੇ ਕੋਲ ਆਉਂਦਾ ਹੈ HI ਐਂਡ D, ਲੈਫਟ ਰਾਈਟ ਐਂਡ ਰੂਟ। ਸੋ ਫਸਟ ਪਾਰਟ ਆਪਣੇ ਕੋਲ ਕੰਪਲੀਟ ਹੋ ਗਿਆ ਹੈ, ਜੋ ਕਿ ਆਨਸਰ ਆਇਆ ਆਪਣੇ ਕੋਲ HIDE ਐਂਡ B। ਫਿਰ ਅੱਗੇ C ਵਾਲੇ ਸਬ ਟਰੀ ਨੂੰ ਟਰਾਵਰਸ ਕਰਦੇ ਹਾਂ। ਸੋ ਇੱਥੇ ਆਪਣੇ ਕੋਲ ਆ ਗਿਆ ਪਹਿਲਾਂ F ਅਤੇ J ਲੈਫਟ ਸਬ ਟਰੀ ਆ ਗਿਆ, G ਐਂਡ K ਰਾਈਟ ਸਬ ਟਰੀ ਆ ਗਿਆ, ਅਤੇ C ਰੂਟ ਉਹ ਆਪਾਂ ਨੇ ਲਾਸਟ 'ਚ ਲਿਖਿਆ ਹੈ, ਅਤੇ A ਆਲਰੇਡੀ ਲਾਸਟ 'ਤੇ ਸੀ। ਦੈਨ F ਅਤੇ J ਨੂੰ ਆਪਾਂ ਸੋਲਵ ਕਰਾਂਗੇ ਤਾਂ ਪਹਿਲਾਂ ਰਾਈਟ ਸਬ ਟਰੀ ਜੇ ਕਿ J ਆ ਗਿਆ, ਦੈਨ ਰੂਟ ਉਹਦਾ F ਆ ਗਿਆ। G ਅਤੇ K ਨੂੰ ਜਦੋਂ ਸੋਲਵ ਕਰਾਂਗੇ ਪਹਿਲਾਂ ਲੈਫਟ ਦੈਟ ਇਜ਼ K, ਰਾਈਟ 'ਤੇ ਕੁਛ ਵੀ ਨਹੀਂ ਹੈ, ਦੈਨ ਰੂਟ ਆ ਗਿਆ G, ਦੈਨ C ਐਂਡ A।
फिर दोनों कंबाइन कर लांगे तो अपने को टोटल आंसर आ जाएगा HIDEBJFKGCA। तो इस तरीके नाल आपां पोस्ट ऑर्डर दे विच ट्रैवर्स कर सकते हैं किसी भी ट्री नूं। दैन एक होर एग्जाम्पल करते हैं, इनू आप डायरैक्ट वन स्टैप च करके देखते हैं। सो सब तो पहला आप लैफ्ट ते जावांगे और लैफ्ट मोस्ट ते अपने को है G। सो पहला G आ गया, फिर वो राइट ते है H एंड दैन रूट है वह D। फिर हुण D यानी कि लैफ्ट सब ट्री हो गया B का, फिर ये राइट ते जावांगे जो कि E है अपने को, बट वो राइट ते अपने को I। सो I आ गया पहला, दैन E एंड दैन B। हुण B लैफ्ट सब ट्री हो गया A का, सो A का लैफ्ट पार्ट हो गया। हुण ये राइट पार्ट ते जावांगे जो कि C है। सो C दे पहला लैफ्ट ते जावांगे F दे लैफ्ट ते कुछ नहीं है, सो ये पहला राइट ते गए J, दैन वह रूट आ गया F एंड दैन C एंड दैन लास्ट A। सो इस तरीके नाल आपां पोस्ट ऑर्डर दे विच ट्रैवर्स कर सकते हैं। पोस्ट ऑर्डर ऑफ एक्सप्रैशन ट्री। सो अगर अपने कोल कोई एक्सप्रैशन ट्री है उन्होंने अगर पोस्ट ऑर्डर दे विच ट्रैवर्स करना है, सेम उसी मैथड नाल पहला A आ गया, दैन B, दैन प्लस एंड दैन फिर राइट ते जावांगे आपां C, फिर D, फिर माइनस, फिर उन्होंने रूट आ गया मल्टीप्लाई, दैन हुण ये लैफ्ट पार्ट हो गया, फिर ये राइट पार्ट ते जावांगे E, F प्लस एंड दैन लास्ट दे विच रूट आ जाएगा डिवाइड। सो इस तरीके नाल ये हो गया एक्सप्रैशन ट्री का पोस्ट ऑर्डर ट्रैवर्स। नैक्सट है लैवल ऑर्डर ट्रैवर्सर जो कि ब्रेडथ फर्स्ट का एग्जाम्पल है। तो पहला जोड़े मैथड कितने ने प्री ऑर्डर, पोस्ट ऑर्डर एंड इन ऑर्डर, वो सी डैप्थ फर्स्ट दे कि आप पहला डैप्थ वाल नूं जांदे सी, यानी कि लास्ट लैवल ते जांदे सी। सो सब तो पहला पूरा डीपली जांदे सी, फिर उन्होंने वन बाय वन स्टैप बाय स्टैप फॉलो करते सी। तो ब्रेडथ फर्स्ट दे विच की होएगा कि आप लैवल बाय लैवल उन्होंने ट्रैवर्स करांगे फ्रॉम लैफ्ट टू राइट। सो सब तो पहला ये की होएगा, पहला लैवल 0 ट्रैवर्स होएगा, दैन लैवल 1, दैन लैवल 2 एंड दैन लैवल 3। इसी करके इसका नाम रखा गया लैवल ऑर्डर ट्रैवर्सर। सो ये की होएगा लैवल 0 यानी कि सब तो पहला A ट्रैवर्स होएगा, दैन फिर B, दैन C, दैन फिर नैक्सट लैवल ते आ गए, फिर वो ट्रैवर्स होएगा पहला D, E, F एंड G, फिर उस तो बाद नैक्सट लैवल ते आ गए। सो नैक्सट लैवल के फिर ट्रैवर्स होंगे H, I, J एंड K। सो जो एक किसी भी लैवल में आप ट्रैवर्स करते हैं तो उत्थे वो लैफ्ट टू राइट ही ट्रैवर्स होंगे। सो इस तरीके नाल आपां किसी भी ट्री नूं लैवल ऑर्डर दे विच ट्रैवर्स कर सकते हैं। सो इत्थे अपने कोल इहदा आंसर आएगा A, B, C, D, E, F, G एंड दैन H, I, J एंड K। सो इस तरीके नाल आपां लैवल बाय लैवल इनू ट्रैवर्स करांगे। सो इत्थे भी अगर आप एल्गोरिदम की गल करिए तो एल्गोरिदम की होएगा कि आप रूट तो स्टार्ट करके वन बाय वन उन्होंने पहला क्यू के एंटर करांगे, फिर आप वन बाय वन जो क्यू के कोई भी एलीमेंट डिलीट करना है तो एक एलीमेंट को डिलीट करांगे पहला, तो जिन्ने भी वो चाइल्ड होंगे उन्होंने क्यू के इंसर्ट करा देंगे। तो देखो जिमें इत्थे सब तो पहला क्यू की है A। सो क्यू के जो आप A नूं डिलीट करांगे तो A के किहड़े चाइल्ड ने B एंड C। सो देखो सैकेंड रो के अपने को हुण A वो नहीं है, A नूं आपां ट्रैवर्स कर चुके हैं, तो B तो C वो जोड़े चाइल्ड ने वो क्यू के आ गए। दैन हुण B नूं जदों वो बाहर कड्डांगे तो B के जोड़े चाइल्ड ने D तो E वो क्यू के एंटर हो गए D एंड E। हुण जदों फिर ये जो कोई एलीमेंट डिलीट करांगे, डिलीट ये की होएगा हुण पहला C जो डिलीट होया तो उत्थे एलीमेंट आ गया अपने को F एंड G। सो नैक्सट हुण जो D नूं डिलीट करांगे तो D के जोड़े चाइल्ड ने H एंड I। सो H तो I क्यू के एंटर हो गए। दैन उस तो बाद D तो बाद एलीमेंट अपने को बाहर आएगा E का कोई भी चाइल्ड नहीं है, सो इस करके इत्थे कोई भी ऐड नहीं होएगा एलीमेंट। दैन E तो बाद हुण F ट्रैवर्स होएगा, F नूं जदों बाहर कड्डांगे तो F का जोड़ा चाइल्ड है J वो क्यू के एंटर हो जाएगा। दैन F तो बाद G नूं जदों बाहर कड्डांगे तो उहदा जोड़ा चाइल्ड है K वो उत्थे ऐड हो जाएगा क्यू के। सो इस तरीके नाल आपां वन बाय वन क्यू के एलीमेंट नूं बाहर कड्डदे जावांगे, ट्रैवर्स करते जावांगे, तो जिन्ने भी वो चाइल्ड ने उन्होंने क्यू के ऐड करते जावांगे। सो लैवल ऑर्डर की एक होर एग्जाम्पल देखते हैं आप। सो इनू अगर ट्रैवर्स करिए तो सब तो पहला ट्रैवर्स होएगा A, दैन नैक्सट लैवल ते आ गए, सो उत्थे ट्रैवर्स होएगा पहला B फिर C।
ਫਿਰ ਆਪਾਂ ਉਸ ਤੋਂ ਨੈਕਸਟ ਲੈਵਲ ਤੇ ਆ ਗਏ ਤਾਂ ਇੱਥੇ ਹੁਣ ਸਭ ਤੋਂ ਪਹਿਲਾਂ ਟਰਾਵਰਸ ਹੋਏਗਾ ਡੀ, ਦੈਨ ਈ, ਦੈਨ ਐਫ। ਫਿਰ ਉਸ ਤੋਂ ਹੁਣ ਨੈਕਸਟ ਲੈਵਲ ਤੇ ਆ ਗਏ ਤਾਂ ਇੱਥੇ ਪਹਿਲਾਂ ਟਰਾਵਰਸ ਹੋਏਗਾ ਜੀ, ਫਿਰ ਐਚ, ਦੈਨ ਆਈ ਐਂਡ ਜੇ। ਇਸ ਤਰੀਕੇ ਨਾਲ ਲੈਵਲ ਆਰਡਰ ਦੇ ਵਿੱਚ ਆਪਾਂ ਟਰਾਵਰਸ ਕਰ ਸਕਦੇ ਹਾਂ ਕਿਸੇ ਵੀ ਟਰੀ ਨੂੰ। ਥੈਂਕ ਯੂ। ਆਈ ਹੋਪ ਕਿ ਤੁਹਾਨੂੰ ਟਰੀ ਟਰਾਵਰਸਿੰਗ ਦੇ ਚਾਰੋਂ ਮੈਥਡ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ।